महिमा साधु संग की। सुनो मेरे मीता मैल खोई, कोट अगहरे निर्मल पहे चीता। ज्ञान ध्यान किछ करम न जान, नाहन निर्मल करनी। साध संगत कै अंचल लावो, विखम नदी जाए तरनी। सतनाम धन वाहिगुरु साहिब जी। आसा बाणी श्री रविदास जियो की, एक ओंकार सतगुर प्रसाद। मृग मीन भृंग पतंग कुंचर, एक दोख विनाश। पंच दोख असाध जामह, ताकि केतक आस। माधो अविद्या हित कीन, विवेक दीप मलीन। रहाउ त्रिगद जोन अचेत, संभव पुण्य पाप असोच। मनुखा अवतार दुर्लभ, तेहि संगत पोच। जी जंत जहाँ जहाँ लग, कर्म के वस जाए। काल फास अबध लागे, कछ न चलै उपाय। रविदास दास उदास, तज भ्रम तपन तप गुर ज्ञान। भगत जन पह हरन, परमानंद करो निदान। रविदास दास उदास, तज भ्रम तपन तप गुर ज्ञान। भगत जन पह हरन, परमानंद करो निदान। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहब महाराज जी की पावन हजूरी विच जुड़ बैठे सतसंगी जनों, गुरु महाराज जी की अपार कृपा सदका भगतां दी बाणी नूं विचारन दा सुभाग समा प्राप्त होया है। अज दा विचार अधीन पावन शब्द आसा राग दा भगत रविदास जी का उच्चारण किया होया पहला शब्द है। इस तो पहला
ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਉਹਨਾਂ ਦੀ ਬਾਣੀ ਅਸੀਂ ਆਸਾ ਰਾਗ ਦੇ ਵਿੱਚ ਸਰਵਣ ਕੀਤੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੀਜੇ ਨੰਬਰ 'ਤੇ ਆਉਂਦੀ ਹੈ ਤਰਤੀਬ ਦੇ ਮੁਤਾਬਿਕ, ਕਿਉਂਕਿ ਸਭ ਤੋਂ ਵੱਧ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। 540 ਦੇ ਕਰੀਬ ਸ਼ਬਦ ਅਤੇ ਸ਼ਲੋਕ ਹਨ। ਉਸ ਤੋਂ ਬਾਅਦ ਭਗਤ ਨਾਮਦੇਵ ਜੀ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਅਤੇ ਭਗਤ ਰਵਿਦਾਸ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਇਸ ਕਰਕੇ ਸਭ ਤੋਂ ਵੱਧ ਬਾਣੀ ਭਗਤ ਕਬੀਰ ਸਾਹਿਬ ਜੀ ਦੀ, ਫਿਰ ਭਗਤ ਨਾਮਦੇਵ ਜੀ ਦੀ, ਤੀਜੇ ਨੰਬਰ 'ਤੇ ਜੋ ਬਾਣੀ ਭਗਤਾਂ ਵਿੱਚ ਦਰਜ ਹੈ ਉਹ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਦਰਜ ਹੈ। ਅਤੇ ਬਾਕੀ ਦੇ ਜਿਹੜੇ ਭਗਤ ਨੇ ਉਸ ਤੋਂ ਬਾਅਦ ਫਿਰ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ 4 ਸ਼ਬਦ ਅਤੇ 230 ਸ਼ਲੋਕ ਉਹਨਾਂ ਦੇ ਦਰਜ ਨੇ ਗੁਰੂ ਗ੍ਰੰਥ ਸਾਹਿਬ 'ਚ। ਉਸ ਤੋਂ ਬਾਅਦ ਭਗਤਾਂ ਦੇ ਫਿਰ ਕਿਸੇ ਦੇ 4 ਸ਼ਬਦ, 3 ਸ਼ਬਦ, 2 ਸ਼ਬਦ, 1-1 ਸ਼ਬਦ ਭਗਤਾਂ ਦੇ ਦਰਜ ਹਨ। ਭਗਤ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਮਨੁੱਖ ਦੇ ਜੀਵਨ ਦੀ ਲੀਲਾ ਨੂੰ ਬਿਆਨ ਕੀਤਾ ਹੈ। ਮਨੁੱਖ ਦਾ ਇਹ ਦੁਖਾਂਤ ਵੀ ਹੈ ਕਿ ਮਨੁੱਖ ਨੇ ਜਿਸ ਨਾਲ ਪਿਆਰ ਕੀਤਾ ਹੈ ਉਹ ਹੈ ਅਗਿਆਨ। ਮਨੁੱਖ ਅਗਿਆਨਤਾ ਦੇ ਨਾਲ ਹਿਤ ਕਰਦਾ ਹੈ, ਅਗਿਆਨਤਾ ਦੇ ਨਾਲ ਪਿਆਰ ਕਰਦਾ ਹੈ। ਮੈਂ ਬੇਨਤੀ ਕਰਾਂ, ਅਗਿਆਨੀ ਹੋਣਾ ਕੋਈ ਮਾੜੀ ਗੱਲ ਨਹੀਂ। ਕੋਈ ਇਹ ਗੱਲ ਕਬੂਲ ਕਰ ਲਵੇ ਕਿ ਮੈਂ ਅਗਿਆਨੀ ਹਾਂ, ਉਹਨੂੰ ਗਿਆਨ ਦਿੱਤਾ ਜਾ ਸਕਦਾ ਹੈ। ਅਗਿਆਨੀ ਹੋਣਾ ਕੋਈ ਮਾੜੀ ਗੱਲ ਨਹੀਂ। ਅਗਿਆਨੀ ਹੈ, ਉਹਨੂੰ ਗਿਆਨ ਦਿੱਤਾ ਜਾ ਸਕਦਾ ਹੈ, ਪਰ ਕੋਈ ਅਗਿਆਨੀ ਹੋਣ ਦੇ ਉੱਤੇ ਫਖਰ ਕਰੇ, ਉਹਨੂੰ ਕੁਛ ਨਹੀਂ ਕੀਤਾ ਜਾ ਸਕਦਾ। ਉਸਨੇ ਆਪਣੀ ਅਗਿਆਨਤਾ ਦੇ ਉੱਤੇ ਫਖਰ ਕਰ ਲਿਆ ਔਰ ਉਸ ਅਗਿਆਨਤਾ ਨੂੰ ਹੀ ਆਪਣੇ ਜੀਵਨ ਦੇ ਵਿੱਚ, ਅਸਲ ਦੇ ਵਿੱਚ ਆਪਣੀ ਸੰਸਾਰ ਦੀ ਯਾਤਰਾ ਦੇ ਵਿੱਚ ਆਏ ਨੂੰ ਆਪਣਾ ਨੁਕਸਾਨ ਕਰਨ ਦੇ ਵਿੱਚ ਇਸ ਭੁਲੇਖੇ ਨੂੰ ਜੀਵਨ ਦਾ ਆਧਾਰ ਬਣਾ ਲਿਆ ਅਤੇ ਮਨੁੱਖ ਘਾਟੇ ਵਾਲੇ ਪਾਸੇ ਜਾ ਰਿਹਾ। ਆਓ ਅੱਜ ਵਿਚਾਰ ਕਰਾਂਗੇ ਕਿ ਮਨੁੱਖ ਨੇ ਕਿਵੇਂ ਅਗਿਆਨਤਾ ਨੂੰ ਆਪਣੇ ਜੀਵਨ ਦੇ ਵਿੱਚੋਂ ਅਪਣਾ ਲਿਆ ਹੈ। ਪਸ਼ੂ ਦਾ ਅਗਿਆਨੀ ਰਹਿ ਜਾਣਾ, ਅਗਿਆਨੀ ਹੋਣਾ ਇਹ ਸੁਭਾਵਿਕ ਹੈ, ਪਰ ਮਨੁੱਖ ਦਾ ਵੀ ਅਗਿਆਨੀ ਰਹਿ ਜਾਣਾ ਅਤੇ ਅਗਿਆਨੀ ਹੋਣਾ ਇਹ ਸੋਚਣ ਦੀ ਗੱਲ ਹੈ। ਅੱਜ ਦੇ ਸ਼ਬਦ ਵਿੱਚ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਜਿਵੇਂ ਜਿਵੇਂ ਅਸੀਂ ਅਗਿਆਨ ਦੇ ਨਾਲ ਪਿਆਰ ਪਾਵਾਂਗੇ, ਸਾਡੇ ਜੀਵਨ ਦੇ ਵਿੱਚੋਂ ਜਿਹੜਾ ਵਿਵੇਕ ਹੈ ਸਾਡਾ, ਉਹ ਵਿਵੇਕ ਦਾ ਦੀਵਾ ਜਿਹੜਾ ਉਹ ਮੈਲਾ ਹੁੰਦਾ ਚਲਾ ਜਾਏਗਾ, ਮਲੀਨ ਹੁੰਦਾ ਚਲਾ ਜਾਏਗਾ। ਅਤੇ ਕਦੀ ਯਾਦ ਰੱਖਣਾ, ਜਿਸ ਦੀਵੇ ਦੇ ਉੱਤੇ ਪਰਤ ਜੰਮ ਜਾਏ, ਕੋਈ ਮੈਲ ਜੰਮ ਜਾਏ, ਉਹ ਜਗਨ ਤੋਂ ਬਾਅਦ ਵੀ ਰੋਸ਼ਨੀ ਕੋਈ ਨਹੀਂ ਦਿੰਦਾ। ਸਾਡੇ ਘਰਾਂ ਵਿੱਚ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਲਾਈਟ ਜਗਾ ਦਿੰਦੇ ਹਾਂ, ਪਰ ਉਹ ਧੂਏ ਨਾਲ ਇਤਨੀ ਕਾਲੀ ਹੋ ਜਾਂਦੀ ਹੈ, ਮਿੱਟੀ ਨਾਲ ਇਤਨੀ ਕਾਲੀ ਹੋ ਜਾਂਦੀ ਹੈ ਕਿ ਲਾਈਟ ਜਗਨ ਤੋਂ ਬਾਅਦ ਵੀ ਰੋਸ਼ਨੀ ਨਹੀਂ ਦਿੰਦੀ। ਇਹ ਸਾਡੀ ਮਤ ਦੇ ਹਾਲ ਹੋਏ ਹੋਏ ਨੇ। ਆਓ ਆਪਾਂ ਵਿਚਾਰਨ ਦਾ ਯਤਨ ਕਰੀਏ। ਬੜੇ ਭਾਵਪੂਰਤ ਸ਼ਬਦ ਭਗਤ ਰਵਿਦਾਸ ਜੀ ਹੋਣਾ ਨੇ ਪਾਵਨ ਸ਼ਬਦ ਵਿੱਚ ਵਰਤੇ ਹਨ, ਤਾਂ ਕਿ ਸਾਡੀ ਇਹ ਮਤ ਪ੍ਰਕਾਸ਼ਵਾਨ ਹੋ ਸਕੇ, ਅਸੀਂ ਗਿਆਨਵਾਨ ਹੋ ਸਕੀਏ। ਔਰ ਸਾਰੀ ਬਾਣੀ ਹੀ ਮਨੁੱਖ ਨੂੰ ਗਿਆਨ ਦੇਣ ਵਾਸਤੇ ਉਚਾਰਨ ਕੀਤੀ ਗਈ ਹੈ, ਮੱਥਾ ਟੇਕਣ ਵਾਸਤੇ ਨਹੀਂ। ਗੁਸਾਖੀ ਮਾਂ ਕਿਸੇ ਨੂੰ ਭਾਵੇਂ ਇਹ ਗੱਲ ਚੁਭਦੀ ਹੋਵੇ ਤੇ ਚੁਭੇ, ਪਰ ਜਿਤਨੀ ਵੀ ਬਾਣੀ ਹੈ ਉਹ ਮੱਥਾ ਟੇਕਣ ਵਾਸਤੇ ਨਹੀਂ, ਗਿਆਨ ਲੈਣ ਵਾਸਤੇ ਉਚਾਰਨ ਕੀਤੀ ਹੈ, ਸਮਝ ਪ੍ਰਾਪਤ ਕਰਨ ਵਾਸਤੇ ਉਚਾਰਨ ਕੀਤੀ ਗਈ ਹੈ। ਅਸੀਂ ਤਾਂ ਮੱਥਾ ਤਾਂ ਟੇਕਦੇ ਹਾਂ ਕਿ ਅਸੀਂ ਇਸ ਬਾਣੀ ਵਿੱਚੋਂ ਗਿਆਨ ਲੈਣਾ ਹੈ, ਇਸ ਕਰਕੇ ਇਸ ਬਾਣੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਕਿ ਇਹ ਬਾਣੀ ਧੰਨ ਹੈ। ਔਰ ਅਸੀਂ ਨਮਸਕਾਰ ਕਰਕੇ ਇਹ ਅਰਦਾਸ ਕਰਦੇ ਹਾਂ, ਮੰਗ ਕਰਦੇ ਹਾਂ ਕਿ ਇਹ ਬਾਣੀ ਸਾਡੇ ਜੀਵਨ 'ਚ ਉਤਰ ਜਾਏ। ਸੋ ਜਿਤਨੀਆਂ ਵੀ ਸੰਗਤਾਂ ਵਿਚਰ ਰਹੀਆਂ ਹਨ ਜਾਂ ਲਾਈਵ ਇਹ ਪ੍ਰੋਗਰਾਮ ਸਰਵਣ ਕਰਦੀਆਂ ਹਨ, ਮਨੋਬਿਰਤੀਆਂ ਇਕਾਗਰ ਕਰੋ, ਪ੍ਰੇਮ ਨਾਲ ਸਤਿਗੁਰਾਂ ਨੂੰ ਝੁਕਾਓ ਸੀਸ, ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਮਨੁੱਖ ਬਿਮਾਰ ਹੈ,
ਉਹ ਡਾਕਟਰ ਕੋਲ ਜਾਂਦਾ ਹੈ। ਡਾਕਟਰ ਉਹਨੂੰ ਦੱਸਦਾ ਹੈ ਕਿ ਤੂੰ ਬਿਮਾਰ ਹੈ, ਤੈਨੂੰ ਇਹ ਰੋਗ ਲੱਗਿਆ ਹੋਇਆ। ਪਰ ਉਹ ਮਨੁੱਖ ਡਾਕਟਰ ਦੇ ਸਮਝਾਉਣ ਤੋਂ ਬਾਅਦ ਵੀ, ਪਰਹੇਜ਼ ਦੱਸਣ ਤੋਂ ਬਾਅਦ ਵੀ, ਦਵਾਈ ਦੇਣ ਤੋਂ ਬਾਅਦ ਵੀ ਘਰ ਆ ਕੇ ਆਪਣੀ ਬਿਮਾਰੀ ਦੇ ਉੱਤੇ ਫਕਰ ਕਰਨ ਲੱਗ ਜਾਵੇ, ਐਸੇ ਮਨੁੱਖ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਜਿਹੜਾ ਆਪਣੀ ਬਿਮਾਰੀ ਨੂੰ ਪਿਆਰ ਕਰਨ ਲੱਗ ਪਵੇ, ਜਿਹੜਾ ਮਨੁੱਖ ਆਪਣੀ ਬਿਮਾਰੀ ਦੇ ਨਾਲ ਹੀ ਸਹਿਮਤ ਹੋ ਜਾਏ। ਜਿਵੇਂ ਅੱਜ ਅਸੀਂ ਸਮਾਜ ਨੂੰ ਗਿਆਨ ਦੇਣ ਦਾ ਯਤਨ ਕਰਦੇ ਹਾਂ, ਕਈ ਵਾਰੀ ਧਿਆਨ ਦੇਣਾ, ਕੋਈ ਮਨੁੱਖ ਮੰਗ ਰਿਹਾ ਹੈ, ਉਹਦੇ ਹੱਥ ਪੈਰ ਸਲਾਮਤ ਨੇ, ਅਸੀਂ ਕਈ ਵਾਰੀ ਉਹਨੂੰ ਸਲਾਹ ਦਿੰਦੇ ਹਾਂ ਵੀ ਤੂੰ ਇਹ ਮੰਗਣਾ ਛੱਡ ਦੇ, ਪਰ ਉਹ ਆਪਣੀ ਮੰਗ 'ਤੇ ਹੋਣ ਦੇ ਉੱਤੇ ਫਕਰ ਕਰ ਰਿਹਾ ਹੈ। ਉਸ ਮੰਗ 'ਤੇ ਹੋਣ ਦੇ ਉੱਤੇ ਆਪਣੇ ਆਪ ਦੇ ਉੱਤੇ ਫਕਰ ਵੀ ਕਰ ਰਿਹਾ ਹੈ, ਨਾਲ ਉਸ ਮੰਗਣ ਦੀ ਬਿਰਤੀ ਨੂੰ ਉਸਨੇ ਅਪਣਾ ਲਿਆ ਹੈ। ਉਹ ਹੁਣ ਕਿਰਤ ਨਹੀਂ ਕਰ ਸਕਦਾ। ਉਹ ਕੰਮ ਕਰਕੇ ਆਪਣੇ ਆਪ ਨੂੰ ਹੋਰ ਪਾਸੇ ਸਮਝਦਾ ਹੈ। ਹੁਣ ਉਸ ਨੂੰ ਇਹ ਮੰਗਣ ਵਾਲੀ ਜਿਹੜੀ ਆਦਤ ਬਣ ਗਈ ਹੈ, ਇਸ ਆਦਤ ਨੂੰ ਉਸਨੇ ਹੁਣ ਚੰਗੀ ਸਮਝ ਲਿਆ। ਹੁਣ ਉਹਨੂੰ ਮੰਗਤੇ ਹੋਣ ਦੇ ਵਿੱਚ ਕੋਈ ਮੰਗਤਾ ਕਵੇ ਤੇ ਬੜਾ ਆਨੰਦ ਆਉਂਦਾ ਹੈ, ਅਤੇ ਇਹ ਦੁਖਾਂਤ ਦੀ ਗੱਲ ਹੈ ਵੀ ਕਿਸੇ ਨੂੰ ਮੰਗਤਾ ਕਹਿਣ ਦੇ ਵਿੱਚ ਵੀ ਜੇ ਆਨੰਦ ਆ ਰਿਹਾ ਹੈ, ਮੰਗਣ ਦੀ ਬਿਰਤੀ ਪੈ ਜਾਣੀ, ਇਹ ਮਨੁੱਖੀ ਸੁਭਾਅ ਹੈ। ਚੰਗਾ ਹੁੰਦਾ ਕਿ ਉਹ ਮੰਗਤਾ ਅਖਵਾਉਣ ਦੀ ਥਾਂ 'ਤੇ ਆਪ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਣੇ ਜੀਵਨ ਨੂੰ ਸਵਾਰਦਾ। ਕਈ ਵਾਰੀ ਅਸੀਂ ਵੇਖਦੇ ਹਾਂ ਹੱਥ ਪੈਰ ਸਲਾਮਤ ਹੋਣ ਤੋਂ ਬਾਅਦ ਵੀ ਉਸਨੇ ਮੰਗਣ ਵਾਲੀ ਵਾਦੀ ਨੂੰ ਅਪਣਾ ਲਿਆ ਹੈ ਜਾਂ ਮੰਗਤਾ ਹੋਣ ਦੇ ਉੱਤੇ ਫਕਰ ਕਰਨ ਲੱਗ ਪਿਆ। ਪਰ ਕਈ ਵਾਰੀ ਅਸੀਂ ਵੇਖਦੇ ਹਾਂ ਸਰੀਰ ਦੇ ਅੰਗ ਪੂਰੇ ਨਹੀਂ ਹੁੰਦੇ, ਹੱਥ ਨਹੀਂ ਹਨ, ਕਈਆਂ ਦੇ ਪੈਰ ਨਹੀਂ ਹਨ, ਤਾਂ ਵੀ ਉਹ ਕਿਰਤ ਨੂੰ ਅਪਣਾਉਂਦੇ ਹਨ, ਆਪਣੇ ਦਸਾਂ ਨੋਹਾਂ ਦੀ ਕਿਰਤ ਕਰਦੇ ਹਨ। ਇਸਦਾ ਅਰਥ ਹੈ ਕਿ ਉਹਨਾਂ ਦਾ ਗਿਆਨ ਦਾ ਜਿਹੜਾ ਦੀਵਾ ਹੈ ਉਹ ਜਗਿਆ ਹੋਇਆ ਹੈ, ਉਹਨੂੰ ਜੀਵਨ ਦੀ ਸਮਝ ਹੈ। ਪਰ ਜਿਹੜਾ ਮਨੁੱਖ ਨੇ ਉਹਨਾਂ ਕੰਮਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜਿਨ੍ਹਾਂ ਕੰਮਾਂ ਦੇ ਵਿੱਚ ਉਹ ਹਰ ਰੋਜ਼ ਬੇਇੱਜ਼ਤ ਹੁੰਦਾ ਹੈ, ਹਰ ਰੋਜ਼ ਆਪਣੀ ਬੇਇੱਜ਼ਤੀ ਕਰਾਉਂਦਾ ਹੈ, ਸਮਝ ਲੈਣਾ ਕਿ ਉਸ ਮਨੁੱਖ ਦਾ ਗਿਆਨ ਦਾ ਦੀਵਾ ਜਿਹੜਾ ਹੈ ਉਹ ਮਲੀਨ ਹੋ ਚੁੱਕਿਆ ਹੈ। ਅੱਜ ਬਚਨ ਬੜੇ ਪਿਆਰੇ ਕੀਤੇ, ਕਹਿਣ ਲੱਗੇ ਮਾਧੋ ਅਵਿਧਿਆ ਹਿਤ ਕੀਨ। ਮਾਧੋ ਦਾ ਅਰਥ ਹੈ ਹੇ ਮਾਇਆ ਦੇ ਪਤੀ ਪਰਮਾਤਮਾ, ਹੇ ਮੇਰੇ ਪ੍ਰਭੂ। ਕਹਿੰਦੇ ਨੇ ਭਗਤ ਰਵਿਦਾਸ ਜੀ, ਅਵਿਧਿਆ ਹਿਤ ਕੀਨ, ਜੀਵ ਨੇ ਅਗਿਆਨਤਾ ਦੇ ਨਾਲ ਮੋਹ ਪਾ ਲਿਆ ਹੈ। ਜੀਵ ਦਾ ਅਗਿਆਨਤਾ ਦੇ ਨਾਲ ਮੋਹ ਪੈ ਗਿਆ। ਅਗਿਆਨਤਾ ਦੇ ਨਾਲ ਜੀਵ ਪਿਆਰ ਕਰਦੇ ਹਨ। ਔਰ ਸਾਡੀ ਜਿੰਦ, ਸਾਡੀ ਜੀਵ ਆਤਮਾ, ਸਾਡਾ ਅੰਦਰਲਾ ਹਿਰਦਾ ਇਹ ਅਗਿਆਨਤਾ ਦੇ ਨਾਲ ਪਿਆਰ ਪਾ ਕੇ ਬੈਠਾ ਹੋਇਆ। ਉਹ ਕਿਵੇਂ? ਸਾਡੀ ਜੀਵ ਆਤਮਾ ਕਹਿੰਦੀ ਹੈ ਵੀ ਕੋਈ ਕਰਮ ਕਾਂਡ ਦੱਸ ਦਿਓ, ਕੋਈ ਵਿਖਾਵੇ ਦਾ ਕਰਮ ਦੱਸ ਦਿਓ, ਮੈਂ ਕਰ ਲਵਾਂਗਾ। ਅਤੇ ਉਸ ਨੂੰ ਧਰਮ ਕਰਕੇ ਪੂਰੀ ਜ਼ਿੰਦਗੀ ਇਸ ਦੇ ਕੋਲੋਂ ਮਨਵਾਈ ਜਾਓ। ਇਹ ਮੰਨਣ ਵਾਸਤੇ ਤਿਆਰ ਹੈ। ਇਸ ਦਾ ਅਰਥ ਇਹ ਹੈ, ਜੇ ਇਹਨੂੰ ਗਿਆਨ ਦੀ ਗੱਲ ਦੱਸੋ, ਧਰਮ ਦੀ ਗੱਲ ਸਮਝਾਓ, ਅਤੇ ਉਹ ਸੁਣਨ ਵਾਸਤੇ ਤਿਆਰ ਨਹੀਂ। ਫਿਰ ਗੱਲ ਸਮਝਣਾ ਬੜੇ ਧਿਆਨ ਨਾਲ ਕਿ ਮਨੁੱਖ ਨੂੰ ਜੇ ਸਮਝਾਇਆ ਜਾਏ ਕਿ ਜਿਹੜੇ ਕਰਮ ਕਾਂਡ ਤੂੰ ਕਰ ਰਿਹਾ ਹੈ, ਜਿਹੜੀ ਕਿਰਿਆ ਵਿੱਚ ਤੂੰ ਰੁੱਝਿਆ ਹੋਇਆ, ਇਹ ਕਿਰਿਆ ਤੈਨੂੰ ਕਦੀ ਵੀ ਤੇਰੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦੀ। ਪਰ ਐਸੇ ਮਨੁੱਖ ਨੂੰ ਜਦੋਂ ਤੁਸੀਂ ਗਿਆਨ ਦਿੰਦੇ ਹੋ ਨਾ, ਉਹ ਕਹਿੰਦੇ ਤੁਸੀਂ ਸਾਨੂੰ ਸਮਝ ਨਾ ਦਿਓ। ਕਿਉਂ? ਕਿਉਂਕਿ ਸਾਨੂੰ ਇਹ ਕਰਮ ਕਾਂਡ ਹੀ ਪਿਆਰਾ ਲੱਗ ਰਿਹਾ ਹੈ। ਔਰ ਜਦੋਂ ਬੰਦੇ ਨੂੰ ਕਰਮ ਕਾਂਡ ਪਿਆਰਾ ਲੱਗੇ, ਬਾਹਰ ਦਾ ਭੇਖ ਉਹਨੂੰ ਚੰਗਾ ਲੱਗੇ, ਬਾਹਰ ਦੀ ਗੱਲਾਂ ਉਹਨੂੰ ਚੰਗੀਆਂ ਲੱਗਣ, ਤਾਂ ਸਮਝ ਲੈਣਾ ਕਿ ਇਹ ਮਨੁੱਖ ਜਿਹੜਾ ਹੈ ਉਹ ਅਗਿਆਨਤਾ ਦੇ ਨਾਲ ਪਿਆਰ ਪਾ ਕੇ ਬੈਠਾ ਹੋਇਆ। ਇਹਦਾ ਅਗਿਆਨਤਾ ਦੇ ਨਾਲ ਪਿਆਰ ਹੋ ਗਿਆ, ਆਪਣੇ ਅਗਿਆਨੀ ਹੋਣ ਤੋਂ ਫਕਰ ਕਰੀ ਜਾ ਰਿਹਾ ਹੈ। ਅਤੇ ਗੁਰਬਾਣੀ ਨੂੰ ਪਤਾ ਕੀ ਕਹਿੰਦੀ ਹੈ? ਮਹਾਰਾਜ ਆਖਦੇ ਨੇ ਕਿ ਐਸਾ ਮਨੁੱਖ ਜਿਹੜਾ ਹੈ ਉਹ ਅਸਲ ਵਿੱਚ ਖੋਤਾ ਹੈ। ਗੁਰਬਾਣੀ ਕਹਿੰਦੀ ਖੋਤੇ ਨੂੰ ਖੋਤਾ ਨਾ ਕਹੋ, ਕਿਉਂਕਿ ਖੋਤੇ ਦਾ ਤਾਂ ਨਿੱਤ ਦਾ ਕੰਮ ਹੈ। ਜਿਤਨਾ ਮਰਜ਼ੀ ਭਾਰ ਲੱਦ ਦਿਓ ਅਤੇ ਉਹਦੇ ਵਾਸਤੇ ਭਾਰ ਹੀ ਹੈ। ਭਾਵੇਂ ਚੰਦਨ ਲੱਦ ਦਿਓ, ਭਾਵੇਂ ਕੋਈ ਹੋਰ ਸਮਾਨ ਲੱਦ ਦਿਓ, ਭਾਵੇਂ ਕਚਰਾ ਲੱਦ ਦਿਓ, ਇੱਕ ਖੋਤੇ ਵਾਸਤੇ ਕੇਵਲ ਉਹ ਭਾਰ ਹੈ।
पर मनुखी हालत भी कहते ऐसी है, मनुख भी खोता है। महाराज कहते ने एक ना बुद्ध ना सिद्ध ना अकल सर, अखर का भेव ना लहंत। कईयां नूं जे ज्ञान दईए तो वो बुद्ध नहीं लैंदे, वो अकल ग्रहण नहीं करते, अखर का भेद वो समझना नहीं चाहते। तो गुरु नानक पातशाह कहते दुनिया के लोगों फिर उन्होंने बंदे ना कहो, उन्होंने बंदे ना कहो। एक ना सिद्ध ना बुद्ध ना अकल सर, अखर का भेव ना लहंत। तो महाराज कौन ने वो? महाराज कहते नानक ते नर असल खर, जे बिन गुड़ गर्व करंत। वो असल खोते ने जे गुणा तो बिना हंकार करी जा रहे हैं। अज कितने बंदे थानू समाज विच विचरदे मिल जाणगे जिहड़ी अपनी अज्ञानता दे उत्ते हंकार कर रहे हैं। अज्ञानता का किस चीज़ का हंकार? पर मनुख अपनी अज्ञानता दे अहंकार दे विच चूर होया होया है, अज्ञानी है पर अपनी अज्ञानता के उत्ते भी अहंकार कर रहे। महाराज कहते उन्होंने असल खोते आखो। क्यों? क्योंकि वो अपनी अज्ञानता का भी अहंकार कर रहे हैं। ज्ञान का अहंकार हो सकता है, बल का अहंकार हो सकता है, धन का अहंकार हो सकता है, पर एक कंगाल भी अहंकार करे, एक बलहीन भी अहंकार करे। इस करके गुरु महाराज सच्चे पातशाह ने अज दे पावन शब्द में जिथे गुरु नानक पातशाह जी ने सानू सिक्ख्या दी भी बंदे कोल ज्ञान होना बड़ा लाजमी है। पर मनुखी जीवन में असीं जब देखते हाँ कि ये अज्ञानता दे नाल प्यार करता है, तो जिमें जिमें अज्ञानता दे नाल प्यार करते जावांगे, ज्ञान लैन की जो मन विचों रुचि खत्म हो जाएगी। ये गल याद रखना। फिर साडे नाल की वरतेगा? कहन लगे विवेक दीप मलीन। फिर जिहड़ा विवेक का दीवा है ना वो धुंधला हो जाएगा। विवेक की है? विवेक कहते ने जो चंगे ते माड़े की समझ रखता होवे। विवेक कहते ने जिसनों कि असल दे विच ज्ञान ते अज्ञान की समझ होवे। विवेकता वो मत है जिहड़ी जीवन दे विचों बुराइयां ते अच्छाइयां दी परख करके चंगियाइयां नूं जीवन विच बंदा कबूल कर लैंदा है ते बुराइयां नूं जीवन चों पासे कर दिंदा है। पर मनुख ने जदों तक अविद्या दे नाल सांझ बनाई ते जिन्हां ने अविद्या नूं प्यार कीता, अज्ञानता नूं प्यार कीता, वो मनुखां दा जिहड़ा मत रूपी दीवा है वो मलीन हो गया, गंदा हो गया। क्योंकि असल दे अंदर गुरबाणी कहती है, कहते तैनूं एक जीवन नूं समझण वास्ते ज्ञान दे दीवे की लोड़ है, तैनूं विवेक मत की लोड़ है। क्योंकि कबीर साहब जी ने भी बड़े प्यारे वचन किए, अंधियारे दीपक चाहिए एक वस्त अगोचर लहीए, वस्त अगोचर पाई घट दीपक रहा समाई। तेरे अंदर ज्ञान का दीवा जगना चाहिए है। क्योंकि जिथे ज्ञान नहीं, जिथे समझ नहीं, जिथे सोझी नहीं, जिथे प्रकाश नहीं, उथे अज्ञानता है तो उथे धर्म भी नहीं। क्योंकि गुरबाणी आखदी है, कबीर साहब कहते ने जहाँ ज्ञान तां धर्म है, जिथे ज्ञान है उथे धर्म का जन्म होंदा है। जिथे ज्ञान है धर्म का जन्म भी उत्थे होएगा, जिथे अज्ञानता उत्थे कभी धर्म प्रफुल्लित नहीं हो सकता ज्ञान तो बिना। पर असी समझते हैं भी शायद जिहड़ा धर्म है वो किते बाहर की क्रिया का ना है। असी कई बार कहते धर्म वास्ते ज्ञान की लोड़ है। कई बार धर्म क्योंकि आप रसम नूं समझ लैंदे हां भी उस वास्ते ज्ञान की लोड़ है। थाली घुमानी है, आरती कर देनी है, मत्था टेक लैना, उहदे विच ज्ञान लैण की लोड़ है। कई बार जो मनुख नूं समझाउण दा यतन करिए तो मनुख कई बार कह उठदा है भी ज्ञान की लोड़ संसार दे विच विचरण वास्ते है, धर्म नूं कमाउण वास्ते ज्ञान की लोड़ नहीं। पर भगतां ने कहा भी धर्म भी ज्ञान तो बिना कमाया नहीं जा सकता। क्योंकि जहाँ ज्ञान, जिथे ज्ञान है उथे की है? महाराज कहते ने जहाँ ज्ञान प्रकाश
ताह अंधेर मिटंत। जिथे ज्ञान का प्रकाश हो गया ना, उत्थे अज्ञानता का हनेरा जीवन चो मिट जाता है। इसका अर्थ है ज्ञान ही साड़ी अज्ञानता नूं दूर कर सकता है। जिमें रात की हनेरे नूं चढ़िया होया सूरज जिहड़ा हनेरे नूं पासे कर दिंदा, साडी जिंदगी विच अज्ञानता का हनेरा है। ज्ञान का सूरज जे साडे जीवन च चढ़ जाए तो साडी अज्ञानता नूं खा सकता है, नहीं तो साडी अज्ञानता मुकण वाली नहीं है। असी अपनी अज्ञानता के नाल ही सहमत हो जाते हाँ तो अज्ञानता नूं ही कई बारी अपने जीवन का आधार बना लेंदे हाँ। इस करके गुरमत ने कहा तेरे कोल ज्ञान होना लाजमी है, ज्ञान तो बिना तेरे अंदर अज्ञानता मिट नहीं सकती। क्यों कहा भाई गुरदास जी ने? वो अपने बाणी च लिखते ने, सतगुरु नानक प्रगटिया मिट्टी धुंध जग चानन हुआ, जो कर सूरज निकलिया तारे छपे हनेर पलोआ। वो किहड़े तारे छप गए सन? वो किहड़ा हनेरा दूर हो गया सी गुरु नानक पातशाह जी के प्रकाश नाल? वो किहड़ा सूरज चढ़िया सी? वो सूरज सी ज्ञान दा, समझ दा, सोझी दा, साधना दा, सच दा। क्योंकि चारे पासे झूठ प्रधान सी, अज्ञानता विच मनुख मगन सन। ऐसी हालत सी समाज दी पही गलान जगत विच, कल कल वाली सब भरमाई, कोई ना किसे पूजदा ऊच नीच सब गद विसराई। भाई गुरदास जी कहते बंदे नूं उच्चे ते नीवें गुणां दी कोई समझ ही नहीं सी। वो चंगे गुणां दी ते अवगुणां दी कोई समझ बंदे नूं नहीं सी। ऐसी गिलानी, ऐसी नफरत समाज के अंदर पैदा हो गई सी। इस करके गुरु नानक पातशाह ने समाज दे विच प्रकाश धारण करके ना मनुख दे अंदर जिहड़ा कि अज्ञानता सी, जो मनुख कर्म कांडी जीवन जी रहा सी, विखावे की जिंदगी जी रहा सी, लोभ की जिंदगी जी रहा सी, मेर तेर विच गलतान सी, गुरु नानक पातशाह ने वहमां भरमां दा यह हनेरा जिहड़ा मनुख की जिंदगी आ गया सी, गुरु नानक पातशाह के प्रकाश होने दे नाल ये अज्ञानता जिहड़ी सी समाज चों पासे हो गई। पर होई किहनां दी? मान लो कि बाहर सूरज चढ़ जाए, मैं एक मकान के अंदर बैठा हाँ और उस मकान दे मैं दरवाजे बंद कर लवां, मैं टाकियां बंद कर लवां, रोशनदान बंद कर लवां, पर्दे ला देवां, तो मैं आखां भी सूरज ने मेरे घर का ज्ञान दिता नहीं। उसदे विच सूरज की कोई कमी नहीं है। सूरज ने बाहर चढ़ के चानन कर दिता है, रोशनी कर दी है। उसदे विच तां फिर उस मनुख का जिहड़ा गिला वो करना भी व्यर्थ है। कोई सियाणा मनुख आवेगा जिन्हों वो गिला कर रहा भी मेरे घर विच सूरज ने अज रोशनी नहीं की, वो बंदा कहता है भी सूरज तो चढ़िया है, उसदियां किरणां ते धरती तक आ गई ने, पर तेरे घर दे विच रोशनी नहीं, तो उहदे विच सूरज का दोष नहीं। वो बंदा पुछदा फिर दोष किसदा? कहते तेरा दोष है क्योंकि तू टाकियां नहीं खोलियां, तू पर्दे नहीं हटाए, तू रोशनदान नहीं खोलिया। इस तरह ही अपने ये रोशनदान जिहड़े रब ने सानू दिते ने, साडे क्या कन ने, साडियां अखां ने, साडी जीवा है, सानू ये रोशनदान खोलने पैने ने। ये मत दे दरवाजे बूए खोलने पैने ने, जिहड़े मत दे दरवाजे ला के असीं बैठे हुए हैं। गुरु ने तो ज्ञान दे दिता, गुरु ने तो बाणी राहीं सानू समझ दे दिती, पर जिहड़ा मनुख इस ज्ञान नूं लैना चाहेगा उसके जीवन विच ही प्रकाश होएगा। नहीं तो ये विवेक का जिहड़ा दीवा है, सच जाणिओ ये मलीन ही रहेगा। एक होर मैं बेनती करां, अपने जीवन च कदी तुसीं वेखना कि असी जिहड़ी गल सानू भगतां ने, गुरु साहिब जी ने समझाई, वो मत असी लैण वास्ते तैयार नहीं हाँ। बाबा फरीद जी कहते ने, कहते फरीदा चांगें दियां कूकें दियां चांगें दियां मती देंदियां नित। कहते मैं चंगी गल्लां नूं कूक कूक के लोकां नूं दस्या, मती देंदियां नित मैं हर रोज़ मत दिती। बाबा फरीद जी कहते ने कि मनुखता नूं यतन कीता जगान दा, चानन देण दा, प्रकाश करन दा, उन्हां नूं समझाण दा। फरीदा कुकेंदियां चांगेंदियां मती देंदियां नित, जो शैतान वंजाया से कित फेरन चित। पर जिहड़े शैतान ने वो अपने चित नूं फेरदे ही नहीं हैं,
क्यों नहीं फेरते? क्योंकि विवेक दीप मलीन, विवेक का दीवा गंदा हो चुके है। और जिन्ना ये साडा हिरदा गंदा होंदा जाएगा, सच जानना असी किसी का ज्ञान सुन के जीवन च अमल नहीं करांगे। साडे वास्ते वो ज्ञान भी एक कर्म कांड की क्रिया ही होएगी। गुरमत कहती है कि तेरे अंदर ज्ञान आना चाहिए है, क्योंकि दीवा वलै अंधेरा जाए, वेद पाठ सब पापा खाए। तेरे अंदर ज्ञान का दीवा जगेगा तो हनेरा तेरे जीवन चो जाएगा। ਜਿਹੜੇ धार्मिक ग्रंथों के पाठ ने वो इस करके करना कि तेरे पापां नूं वो धर्म ग्रंथों की विचारधारा, गुरु साहब जी का दिता होया ज्ञान तेरे पाप नूं जे कोई खा सकता है, समुचा निगल सकता है, तेरे जीवन चो समाप्त कर सकता है, तो वह गुरु साहब जी की बाणी है। पर भगत रविदास जी कहते वो बाणी मनुख लैण वास्ते तैयार नहीं, उस ज्ञान के नाल प्यार पाण नूं तैयार नहीं, ये अज्ञानता के नाल पा के अपना प्यार और खुश हो रहा है। फिर जो सानू समझाण लगे किते असीं ज्ञान लै सकीए, सानू समझाण वास्ते फिर सानू पशुआं दीयां उदाहरणां दित्तियां कि मनुख किते इंसान होके ये ज्ञान लै सके। आखन लगे देख तो सही, मृग मीन भृंग पतंग कुंचर, एक दोख विनाश। मृग कहते ने हिरन नूं, मीन कहते ने मच्छी नूं, भृंग कहते ने भोरे नूं, पतंग कहते ने भम्मट नूं, ते कुंचर कहते ने हाथी नूं। ये 5 जीवां दे नाम भगत जी ने इत्थे साडे समक्ष रखे ने। आखन लगे किते ध्यान नाल वेखी कि ये जिहड़े पंछी ने इन्हां नूं एक एक ऐब लग्या होया है। जिवें कि मृग, मृग का अर्थ है हिरन नूं, हिरन नूं एक ऐब है वो कि हरन नूं खंडे हेड़े का नाद सुनन का रस लग्या होया। जदों खंडे हेड़े की आवाज़ आउंदी है ना, वो मगन हो जाता है। मीन, मीन नूं जीव का चस्का है, जदों कोई कुंडी विच मांस पा के पानी च सिटदा है तो मच्छी मांस नूं फड़न वास्ते दौड़दी है तो कुंडी फस जाती है, फड़ी जाती है, दूजे का शिकार हो जाती है, पानी चों बाहर कढ़ लैंदा अगला, मौत हो जाती है। एक दोग सी कहंदे उसका विनाश हो गया। कहंदे ने हिरन दे विच एक दोख है, हिरन फड़िया जाता है हंडे खेड़े की नाद सुनन करके, उस रस विच मगन हो गया, फड़िया गया, उन्होंने शिकार कर लिया शिकारी ने। तो मीन नूं जीव का चस्का है, तो जिहड़ा जाल विछाण वास्ते गया उसने की कीता कि कुंडी दे अंदर एक मांस का टुकड़ा पाया तो उस कुंडी नूं पानी विच सिट दिता। मच्छी चस्के की भुखी आई मांस के टुकड़े पिछे, तो वह कुंडी जिहड़ी सी जदों मांस नूं उन्हें मूँह मारिया तो कुंडी उसके मुख विच फस गई, वो फड़ी गई। कहंदे भृंग, भृंग कहंदे ने भोरे नूं, भोरे नूं फुੱਲ सुंघण की जिहड़ी है वो वादी है, उसदा रस लैण की वादी है कि वह कमल के फुੱਲ ते जाके बह जाता है, इतना मगन हो जाता है कि रात पै जाती है, कमल का फुੱਲ जिहड़ा है वो बंद हो जाता है, मौत हो जाती है। एक दोख है, सिर्फ चस्का है कमल के फुੱਲ की जिहड़ी मकरंद है उसका रस लैण का, एको चस्का है, उस चस्के विचों अपने आप का नाश करवा लैंदा है। फिर कहन लगे, कहंदे पतंग, जिहड़ा पतंगा है, पतंगे नूं भम्मट नूं दीवे उत्ते सड़ मरना, ये उसके जीवन का आधार है, उसनूं प्यार करता है। भाव कि अखां नाल वेखण का चस्का है। जिहड़ा पतंग है वो अखां नाल जगदी हुई चीज़ नूं वेखदा है, भावें वो दीवा होवे, भावें कोई लाटू होवे, भावें कोई बल्ब होवे, कोई होर चीज़ होवे, वो जगदी हुई चीज़ दे कोल जांदा है क्योंकि उन्होंने देखण का चस्का है। तो जदों दीवे नूं वेखदा है, रोशनी नूं वेखदा है, उत्थे दौड़िया जाता है, वो दीवा उन्होंने साड़ के उसके मुख नूं सुआ कर दिंदा, एक दो करके मारिया जाता है। लास्ट क्या कुंचर, कुंचर जिहड़ा है
ਉਸ ਨੂੰ ਕੇਵਲ ਦੇ ਕਾਮ ਦਾ ਰਸ ਹੈ। ਇਸ ਕਰਕੇ ਕਹਿੰਦੇ ਇੱਕ ਦੋਖ ਕਰਕੇ ਉਹ ਵੀ ਕਾਮ ਵਾਸਨਾ ਕਰਕੇ ਫੜਿਆ ਜਾਂਦਾ। ਉਸ ਨੂੰ ਗੁਰਬਾਣੀ ਵਿੱਚ ਵੀ ਲਿਖਿਆ ਮਹਾਰਾਜ ਨੇ, ਕਾਮ ਰੋਗ ਮੈਗਲ ਵਸ ਲੀਨਾ। ਹਾਥੀ ਨੂੰ ਵਸ ਕਰਨ ਦਾ ਤਰੀਕਾ ਹੈ, ਉਹਨੂੰ ਕਾਮ ਵਾਸਨਾ ਹੈ। ਅਤੇ ਜਿਸ ਨੇ ਫੜਨਾ ਹੈ ਉਹ ਕੀ ਕਰਦਾ ਹੈ ਕਿ ਕਾਮ ਵਾਸਨਾ ਦਾ ਸਤਾਇਆ ਹਾਥੀ ਇੱਕ ਕਾਗਜ਼ ਦੀ ਪੁਤਲੀ ਤਿਆਰ ਕਰਕੇ ਇੱਕ ਟੋਹਾ ਪੁੱਟ ਕੇ ਉੱਪਰੋਂ ਕਾਗਜ਼ ਦੀ ਹਥਨੀ ਬਣਾ ਦਿੰਦਾ। ਕਾਮ ਵਾਸਨਾ ਦਾ ਵੱਧਾ ਹੋਇਆ ਹਾਥੀ ਉਸ ਟੋਹੇ ਵਿੱਚ ਆ ਕੇ ਡਿੱਗ ਜਾਂਦਾ ਹੈ। ਮਹੀਨਾ ਵੱਧੀ ਉੱਥੇ ਪਿਆ ਰਹਿੰਦਾ ਹੈ। ਸਰੀਰ ਕਮਜ਼ੋਰ ਹੋ ਜਾਂਦਾ ਹੈ, ਖਾਣ ਨੂੰ ਖੁਰਾਕ ਨਹੀਂ ਦਿੱਤੀ ਜਾਂਦੀ, ਬਿਲਕੁਲ ਲਿੱਸਾ ਹੋ ਜਾਂਦਾ ਹੈ। ਇਤਨਾ ਤਕੜਾ ਹਾਥੀ, ਸਰੀਰ ਦਾ ਐਡਾ ਭਾਰਾ ਹਾਥੀ, ਜਿਹੜਾ ਕਿ ਹੋਰ ਕੋਈ ਵੀ ਜਾਨਵਰ ਉਹਦੇ ਉੱਤੇ ਆਪਣਾ ਕਬਜ਼ਾ ਨਹੀਂ ਜਮਾ ਸਕਦਾ, ਪਰ ਆਪਣੀ ਵਾਸਨਾ ਕਰਕੇ ਉਹ ਫੜਿਆ ਜਾਂਦਾ ਹੈ। ਫਿਰ ਮਹਾਵਤ ਦੀ ਛੋਟੀ ਜਿਹੀ ਕੁੰਡੀ ਉਸਦੇ ਆਸਰੇ 'ਤੇ ਪੂਰੀ ਜ਼ਿੰਦਗੀ ਜਿਉਂਦਾ। ਉਸ ਨੂੰ ਸਤਿਗੁਰੂ ਨੇ ਬਾਣੀ 'ਚ ਲਿਖਿਆ, ਕਹਿੰਦੇ ਨੇ ਜਿਹੜਾ ਹਾਥੀ ਹੈ ਅਤੇ ਹਾਥੀ ਇੱਕ ਮਹਾਵਤ ਦਾ ਕੁੰਡਾ ਸੰਦਾ ਹੈ। ਹਸਤੀ ਸਿਰ ਜੋ ਅੰਕਸ ਹੈ, ਅਹਰਨ ਜੋ ਸਿਰ ਦੇ। ਇੱਕ ਛੋਟਾ ਜਿਹਾ ਕੁੰਡਾ। ਔਰ ਤੁਸੀਂ ਵੇਖੋ ਕਿ ਇਤਨਾ ਤਾਕਤਵਰ ਹਾਥੀ ਜਦੋਂ ਇਤਨਾ ਲੰਬਾ ਸਮਾਂ ਉਹ ਟੋਹੇ 'ਚ ਪਿਆ ਰਹਿੰਦਾ ਹੈ, ਉਸ ਨੂੰ ਕੋਈ ਖੁਰਾਕ ਨਹੀਂ ਦਿੱਤੀ ਜਾਂਦੀ, ਇਤਨਾ ਲਿੱਸਾ ਹੋ ਜਾਂਦਾ ਹੈ ਕਿ ਉਹਦੇ ਗਲੇ ਵਿੱਚ ਟੋਹੇ ਵਿੱਚ ਇੱਕ ਰੱਸਾ ਪਾ ਦਿੱਤਾ ਜਾਂਦਾ। ਉਹ ਰੱਸੇ ਦਾ ਐਡਾ ਗੁਲਾਮ ਹੋ ਜਾਂਦਾ ਹੈ ਕਿ ਇੱਕ ਛੋਟੀ ਜਿਹੀ ਕਿੱਲੀ ਦੇ ਨਾਲ ਉਹ ਰੱਸਾ ਬੰਨ੍ਹ ਕੇ ਰੱਖਦੇ ਨੇ, ਪਰ ਉਹ ਹਾਥੀ ਕਿਤੇ ਨਹੀਂ ਜਾਂਦਾ। ਅਗਲਾ ਨੇ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ। ਇੱਕ ਇੱਕ ਰਸ ਹੈ। ਭਗਤ ਜੀ ਨੇ ਕਿਹਾ ਦੇਖੋ ਤਾਂ ਸਹੀ, ਕਹਿੰਦੇ ਮਿਰਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਦੇ ਅੰਦਰ ਇੱਕ ਇੱਕ ਐਬ ਹੈ, ਪਰ ਮਨੁੱਖ ਦੀ ਹਾਲਤ ਕੀ ਹੈ? ਇਹ ਤੇ ਫਿਰ ਪਸ਼ੂ ਨੇ ਨਾ। ਆਖਣ ਲੱਗੇ ਪੰਚ ਦੋਖ ਅਸਾਧ ਜਾਮੈ। ਆਖਣ ਲੱਗੇ ਮਨੁੱਖ ਦੇ ਅੰਦਰ ਇਹ ਪੰਜੇ ਹੀ ਐਬ ਨੇ। ਅਸਾਧ ਦਾ ਅਰਥ ਹੈ ਜੋ ਵਸ ਵਿੱਚ ਨਾ ਆ ਸਕਣ, ਜਿਹੜੇ ਸਾਦੇ ਨਾ ਜਾ ਸਕਣ। ਇਹ ਪੰਜੇ ਰੋਗ ਮਨੁੱਖ ਦੇ ਅੰਦਰ ਹਨ। ਕਿਹੜੇ ਕਿਹੜੇ? ਜਿਵੇਂ ਮ੍ਰਿਗ ਵਾਲਾ ਰੋਗ, ਇਹਨੂੰ ਵੀ ਨਾਦ ਸੁਣਨ ਦੀ ਵਾਦੀ ਪਈ ਹੋਈ ਹੈ। ਇਹ ਸੰਸਾਰ ਦੀ ਉਹ ਚੀਜ਼ਾਂ ਸੁਣਦਾ ਹੈ ਜਿਹੜੀ ਚੀਜ਼ਾਂ ਇਹਦੇ ਆਤਮਿਕ ਜੀਵਨ ਨੂੰ ਬਰਬਾਦ ਕਰਦੀਆਂ। ਦੇਖੋ ਨਾ ਤੁਸੀਂ, ਸਮਾਜ ਦੇ ਅੰਦਰ ਕਿਤੇ ਕੀਰਤਨ ਦਰਬਾਰ ਹੋਵੇ ਅਤੇ ਸੰਗਤ ਨਹੀਂ ਹੁੰਦੀ, ਪਰ ਕੋਈ ਗਾਣ ਵਾਲਾ ਲਾ ਦਿਓ ਅਤੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ। ਕੱਲ੍ਹ ਮੈਨੂੰ ਕੋਈ ਦੱਸ ਰਿਹਾ ਸੀ, ਕਹਿੰਦੇ ਇੱਥੇ ਪ੍ਰੋਗਰਾਮ ਸੀ ਜਨਕਪੁਰੀ, ਅਤੇ ਦੁਨਿਆਵੀ ਗਾਇਕਾਂ ਨੇ ਆਉਣਾ ਸੀ, ਕਹਿੰਦੇ ਪੈਰ ਰੱਖਣ ਨੂੰ ਕੋਈ ਥਾਂ ਨਹੀਂ ਸੀ, ਬੰਦੇ 'ਤੇ ਬੰਦਾ ਚੜ੍ਹਿਆ ਹੋਇਆ ਸੀ। ਕਿਤਨੀ ਭੁੱਖ ਹੈ ਮਨੁੱਖ ਨੂੰ ਸੰਸਾਰੀ ਚੀਜ਼ਾਂ ਸੁਣਨ ਦੀ। ਪਰ ਕੀਰਤਨ ਦੀ ਗੱਲ ਹੋਵੇ, ਬਾਣੀ ਦੀ ਗੱਲ ਹੋਵੇ, ਪ੍ਰਚਾਰ ਦੀ ਗੱਲ ਹੋਵੇ, ਕਿਤੇ ਕਥਾ ਕੀਰਤਨ ਦੀ ਗੱਲ, ਪਾਠ ਦੀ ਗੱਲ ਹੋਵੇ, ਅਤੇ ਉੱਥੇ ਬੰਦਾ ਬੈਠਣ ਵਾਸਤੇ ਤਿਆਰ ਨਹੀਂ, ਕੋਈ ਮਾਰੋ ਮਾਰੀ ਨਹੀਂ। ਕਿਤਨੇ ਬੰਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਅੱਗੇ ਆ ਕੇ ਬਹਿਣਾ। ਮਨੁੱਖ ਦੇ ਅੰਦਰ ਪਹਿਲਾ ਐਬ ਇਹ ਹੈ ਕਿ ਮਨੁੱਖ ਮ੍ਰਿਗ ਦੇ ਵਾਂਗ ਉਸਨੂੰ ਵੀ ਸੰਸਾਰੀ ਚੀਜ਼ਾਂ ਸੁਣਨ ਦੀ ਚਾਹਤ ਹੈ। ਫਿਰ ਮੀਨ ਦਾ ਅਰਥ ਹੈ ਕਿ ਉਹਨੂੰ ਜੀਵ ਦਾ ਚਸਕਾ ਹੈ। ਅੱਜ ਮਨੁੱਖ ਨੂੰ ਵੇਖੋ ਕਿ ਜੀਵ ਦਾ ਕਿੰਨਾ ਚਸਕਾ ਲੱਗਿਆ ਹੋਇਆ ਹੈ ਕਿ ਆਪਣੀ ਜੀਵ ਦੇ ਚਸਕਿਆਂ ਕਰਕੇ ਮਨੁੱਖ ਆਪਣੀ ਮੌਤ ਦਾ ਆਪ ਹੀ ਪੁਲੰਦਾ ਬਣ ਕੇ ਤਿਆਰ ਹੋ ਜਾਂਦਾ ਹੈ। ਚੰਗਾ ਭੋਜਨ ਨਾ ਖਾਣਾ, ਬਾਹਰ ਦੀਆਂ ਖੁਰਾਕਾਂ ਖਾਣੀਆਂ, ਇਹ ਜੀਵ ਦੇ ਚਸਕੇ ਨੇ। ਜਿੰਨੀਆਂ ਚੀਜ਼ਾਂ ਨੂੰ ਬਾਣੀ ਨੇ ਰੋਕਿਆ ਨਾ, ਅਸੀਂ ਉਹ ਸਭ ਕੁਝ ਕਰੀ ਜਾਂਦੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੈ ਤਨ ਪੀੜੀਏ, ਮਨ ਮੈਂ ਚਲੈ ਵਿਕਾਰ, ਉਹ ਸਭ ਕੁਝ ਕਰੀ ਜਾ ਰਹੇ। ਇਹ ਸਾਡਾ ਕੌਣ ਪਾਰ ਉਤਾਰਾ ਕਰੇਗਾ? ਭਗਤ ਜੀ ਕਹਿਣਾ ਚਾਹੁੰਦੇ ਕਿ ਦੇਖੋ ਤਾਂ ਸਹੀ, ਫਿਰ ਸਾਡੇ ਅੰਦਰ ਅਗਲਾ ਚਸਕਾ ਜਿਹੜਾ ਹੈ ਉਹ ਭੂਰੇ ਨੂੰ ਜਿਵੇਂ ਫੁੱਲ ਸੁਗੰਧ ਦਾ ਚਸਕਾ ਹੈ ਨਾ, ਇਸ ਤਰ੍ਹਾਂ ਸਾਨੂੰ ਵੀ ਸੰਸਾਰ ਦੀ ਇਹਨਾਂ ਰਸਾਂ ਸੁਗੰਧੀਆਂ ਦਾ ਚਸਕਾ ਲੱਗਿਆ ਹੋਇਆ। ਵਧੀਆ ਤੋਂ ਵਧੀਆ ਇਤਰ, ਵਧੀਆ ਤੋਂ ਵਧੀਆ ਪਰਫਿਊਮ ਬੰਦਾ ਯੂਜ ਕਰਦਾ ਹੈ। ਸਿਰਫ ਕਈ ਘੰਟੇ ਤਾਂ ਆਪਣੇ ਆਪ ਨੂੰ ਹਾਰ ਸ਼ਿੰਗਾਰ ਦੇ ਵਿੱਚ ਹੀ ਲਾ ਦਿੰਦਾ। ਵੈਸੇ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਪਰ ਜਦੋਂ ਕਿਤੇ ਜਾਣਾ ਹੋਵੇ, ਤਿਆਰ ਹੋਣਾ ਹੋਵੇ, ਤਾਂ ਕਈ ਘੰਟੇ ਸ਼ੀਸ਼ੇ ਦੇ ਮੂਹਰੇ ਖੜਾ ਰਹਿੰਦਾ। ਵਧੀਆ ਤੋਂ ਵਧੀਆ ਇਤਰ ਆਪਣੇ ਸਰੀਰ 'ਤੇ ਲਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ। ਇਹ ਵੀ ਰਸ ਮਨੁੱਖ ਨੂੰ ਲੱਗਿਆ ਹੋਇਆ ਹੈ ਕਿ ਨਹੀਂ ਜੀ? ਸਾਰਿਆਂ ਨੂੰ ਲੱਗਿਆ ਹੋਇਆ, ਤਕਰੀਬਨ ਸਮਾਜ ਦੇ ਅੰਦਰ ਜ਼ਿਆਦਾਤਰ ਲੋਕਾਂ ਨੂੰ। ਫਿਰ ਦੇਖਦੇ ਪਤੰਗ ਦਾ ਅਰਥ ਹੈ ਕਿ ਪਤੰਗੇ ਨੂੰ ਅੱਖਾਂ ਨਾਲ ਵੇਖਣ ਦਾ ਰਸ ਹੈ। ਇਸ ਤਰ੍ਹਾਂ ਮਨੁੱਖ ਨੂੰ ਵੀ ਅੱਖਾਂ ਨਾਲ ਸੰਸਾਰ ਦੀ ਖੂਬਸੂਰਤੀ ਦੇਖਣ ਦਾ ਰਸ ਹੈ। ਔਰ ਇਸ ਕਰਕੇ ਗੁਰਬਾਣੀ ਨੇ ਬੜਾ ਸਪਸ਼ਟ ਲਿਖ ਦਿੱਤਾ, ਕਹਿੰਦੇ ਮਨੁੱਖ ਨੂੰ ਜਦੋਂ ਧਿਆਨ ਨਾਲ ਤੱਕੀਏ ਨਾ,
ਤੇ ਇਹ ਮਨੁੱਖ ਜਿਹੜਾ ਹੈ ਇਹ ਸੰਸਾਰੀ ਚੀਜ਼ਾਂ ਵਿੱਚ ਫਸਿਆ ਹੋਇਆ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਈ ਦ੍ਰਿਸ਼ਟੀ ਪਰਾਇਆ ਰੂਪ ਤੱਕਣ ਦੀ ਖਵਾਇਸ਼ ਹੈ ਮਨੁੱਖ ਦੀ ਅੱਖਾਂ ਵਿੱਚ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਨ ਨਿੰਦ ਵਿਚਾਰ, ਮਨ ਸੋਇਆ ਮਾਇਆ ਵਿਸਮਾਦ, ਜਿਹਵਾ ਸੋਈ ਲੋਭ ਮੀਠੇ ਸਵਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਵਤ ਵਸਤੂ ਉਹ ਆਪਣੀ ਲੈ। ਕੋਈ ਜਾਗਦਾ ਭਾਈ? ਮਹਾਰਾਜ ਕਹਿੰਦੇ ਤੇਰੇ ਅੰਦਰ 5 ਐਬ ਨੇ। ਫਿਰ ਕਾਮ ਵਾਸਨਾ ਦਾ ਐਬ ਜੋ ਹਾਥੀ ਵਿੱਚ ਹੈ, ਕਹਿੰਦੇ ਮਨੁੱਖ ਵਿੱਚ ਵੀ ਬੜਾ ਪ੍ਰਬਲ ਹੈ। ਇਹ ਪੰਜੇ ਜਿਹੜੇ ਇਹਨਾਂ ਪੰਛੀਆਂ ਦੱਸ ਰਹੇ ਨੇ, ਇਹ ਮਨੁੱਖ ਦੇ ਅੰਦਰ ਦੱਸ ਰਹੇ ਨੇ ਭਗਤ ਜੀ। ਕਹਿੰਦੇ ਪੰਚ ਦੋਖ ਅਸਾਧ ਜਾਮੈ, ਜਿਹੜੇ ਨਹੀਂ ਸਾਧੇ ਜਾ ਸਕਦੇ, ਜਿਹੜੇ ਪੰਛੀ ਨਹੀਂ ਸਾਧ ਸਕੇ। ਇੱਕ ਇੱਕ ਰੋਗ ਸੀ ਇਹਨਾਂ ਨੂੰ, ਇਹ ਇੱਕ ਨੂੰ ਕੰਟਰੋਲ ਨਹੀਂ ਕਰ ਸਕੇ, ਇੱਕ ਦੇ ਉੱਤੇ ਕਾਬੂ ਨਹੀਂ ਪਾ ਸਕੇ। ਤੇ ਅਸੀਂ ਤਾਂ ਇਹਨਾਂ ਪੰਜਾਂ ਦੇ ਸ਼ਿਕਾਰ ਹਾਂ, ਅਸੀਂ ਕਿਵੇਂ ਕਾਬੂ ਪਾਵਾਂਗੇ? ਤਾਕੀ ਕੇ ਤਕ ਆਸ, ਆਖਣ ਲੱਗੇ ਕਹਿੰਦੇ ਇਸ ਮਨੁੱਖ ਦੀ ਕੀ ਆਸ ਹੈ ਭਾਵ ਕਿ ਇਹਨਾਂ ਵਿੱਚੋਂ ਨਿਕਲ ਸਕੇ। ਮਨੁੱਖ ਤਾਂ ਇਹਨਾਂ ਵਿੱਚੋਂ ਫਸਿਆ ਹੋਇਆ ਹੈ। ਕਿਉਂ? ਕਿਉਂਕਿ ਮਨੁੱਖ ਨੂੰ ਚੰਗੇ ਅਤੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ। ਫਿਰ ਕਹਿਣ ਲੱਗੇ ਜੀ ਜੰਤ, ਅਗਲੇ ਬਚਨ ਨੇ ਤ੍ਰਿਗਤ ਜੋਨ ਅਚੇਤ, ਜਿਹੜੀ ਤ੍ਰਿਗਤ ਜੋਨਾਂ ਨੇ ਉਹ ਜੋਨਾਂ ਦੇ ਜੀਵ ਜੋ ਬਿੰਗੇ ਹੋ ਕੇ ਤੁਰਦੇ ਨੇ, ਉਹਨੂੰ ਤ੍ਰਿਗਤ ਜੋਨ ਕਿਹਾ ਗੁਰਬਾਣੀ ਨੇ। ਜਿਹੜੇ ਬਿੰਗੇ ਟੇਢੇ ਹੋ ਕੇ ਤੁਰਦੇ ਨੇ ਨਾ, ਉਹਨਾਂ ਨੂੰ ਤ੍ਰਿਗਤ ਜੋਨਾਂ ਕਿਹਾ। ਅਤੇ ਆਖਣ ਲੱਗਾ ਉਹ ਜਿਹੜੇ ਪਸ਼ੂ ਆਦਿਕ ਨੇ ਉਹ ਅਚੇਤ ਹਨ, ਗਾਫਲ ਹਨ, ਰੱਬ ਵੱਲੋਂ ਗਾਫਲ ਹਨ, ਵਿਚਾਰਹੀਨ ਹਨ। ਅਤੇ ਕਹਿਣ ਲੱਗੇ ਸੰਭਵ ਪੁੰਨ ਪਾਪ ਅਸੋਚ, ਆਖਣ ਲੱਗੇ ਉਹ ਸੋਚ ਰਹਿਤ ਹਨ, ਬੇਪਰਵਾਹ ਹਨ। ਔਰ ਇਹ ਸੰਭਵ ਦਾ ਅਰਥ ਹੈ ਇਹ ਮੁਮਕਿਨ ਹੈ, ਕੁਦਰਤੀ ਤੌਰ ਤੋਂ ਹੈ, ਕਿਉਂਕਿ ਉਹ ਪਸ਼ੂ ਹਨ, ਉਹ ਤ੍ਰਿਗਤ ਜੋਨਾਂ ਹਨ। ਉਹਨਾਂ ਦਾ ਅਚੇਤ ਹੋਣਾ ਲਾਜ਼ਮੀ ਹੈ, ਕਿਉਂਕਿ ਉਹਨਾਂ ਨੂੰ ਰੱਬ ਨੇ ਉਸ ਤਰ੍ਹਾਂ ਦੀ ਮੱਤ ਨਹੀਂ ਦਿੱਤੀ ਜੋ ਮੱਤ ਮਨੁੱਖ ਦੇ ਕੋਲ ਹੈ। ਉਹਨਾਂ ਦਾ ਅਚੇਤ ਹੋਣਾ ਸੁਭਾਵਿਕ ਹੈ, ਪਰ ਮਨੁੱਖ ਵੀ ਅਚੇਤ ਹੀ ਘੁੰਮ ਰਿਹਾ ਹੈ। ਇਸ ਨੂੰ ਗਿਆਨ ਵੀ ਦਿੱਤਾ ਰੱਬ ਨੇ, ਇਹਨੂੰ ਮੱਤ ਵੀ ਦਿੱਤੀ ਹੈ, ਇਹਨੂੰ ਹਰ ਇੱਕ ਚੀਜ਼ ਦਿੱਤੀ ਹੈ, ਪਰ ਮਨੁੱਖ ਉਹਨਾਂ ਜੂਨਾਂ ਦੀ ਤਰ੍ਹਾਂ ਆਪਣੇ ਜੀਵਨ ਨੂੰ ਜੀ ਰਿਹਾ। ਬੜੀ ਸਖਤ ਚੋਟ ਹੈ। ਉਹ ਤਾਂ ਕੁਦਰਤੀ ਤੌਰ ਤੋਂ ਇੱਦਾਂ ਦੇ ਨੇ, ਉਹਨਾਂ ਨੂੰ ਕੋਈ ਸਮਝ ਨਹੀਂ ਹੈ ਚੰਗੇ ਦੀ, ਮਾੜੇ ਦੀ, ਬੁਰੇ ਦੀ, ਭਲੇ ਦੀ, ਪਰ ਮਨੁੱਖ ਨੂੰ ਤਾਂ ਸਮਝ ਹੈ। ਪਰ ਮਨੁੱਖ ਜਿਹੜਾ ਕਹਿੰਦੇ ਇਹ ਪਾਪ ਪੁੰਨ ਦੇ ਵਿੱਚ ਹੀ ਫਸਿਆ ਹੋਇਆ। ਉਹਨਾਂ ਕੋਲ ਇਹ ਪਾਪ ਪੁੰਨ ਵਾਲੀ ਸਮਝ ਨਹੀਂ ਹੈ, ਚੰਗੇ ਮਾੜੇ ਦੀ ਸਮਝ ਨਹੀਂ ਹੈ। ਫਿਰ ਕਹਿਣ ਲੱਗੇ ਮਨੁੱਖਾ ਅਵਤਾਰ ਦੁਰਲਭ, ਮਨੁੱਖਾ ਜਿਹੜਾ ਅਵਤਾਰ ਹੈ ਭਾਵ ਕਿ ਮਨੁੱਖਾ ਜਿਹੜਾ ਜਨਮ ਹੈ ਉਹ ਬੜਾ ਔਖਾ ਮਿਲਿਆ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਵਾਰ, ਜੋ ਬਨ ਫਲ ਪਾਕੇ ਭੋਏ ਗਿਰੈ, ਬਹੁ ਨਾ ਲਾਗੈ ਡਾਰ। ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ, ਜਾਂ ਸਤਿਗੁਰ ਪਾਇਆ। ਬੜਾ ਔਖਾ ਮਿਲਿਆ ਸਤਿਗੁਰ ਕਹਿੰਦੇ ਮਨੁੱਖਾ ਜਨਮ। ਲਖ 84 ਭ੍ਰਮਤਿਆਂ ਦੁਰਲਭ ਜਨਮ ਪਾਏ ਹੋਏ। ਸਾਧੂ ਕਹਿੰਦੇ ਤੈਨੂੰ ਇਹ ਦੁਰਲਭ ਜਨਮ ਪ੍ਰਾਪਤ ਹੋਇਆ। ਉਹਨਾਂ ਦਾ ਅਚੇਤ ਰਹਿ ਜਾਣਾ ਇਹ ਕੁਦਰਤੀ ਹੈ, ਕਿਉਂਕਿ ਉਹ ਪਸ਼ੂ ਨੇ, ਉਹਨਾਂ ਕੋਲ ਮਤ ਨਹੀਂ ਹੈ। ਪਰ ਤੂੰ ਵੀ ਅਚੇਤ ਜ਼ਿੰਦਗੀ ਜੀ ਰਿਹਾ ਹੈ, ਤੈਨੂੰ ਵੀ ਕੁਝ ਚੇਤੇ ਹੀ ਨਹੀਂ ਹੈ। ਅਤੇ ਕਹਿਣ ਲੱਗੇ ਤੇਹੀ ਸੰਗਤ ਪਹੁੰਚ, ਆਖਣ ਲੱਗੇ ਤੇਹੀ ਦਾ ਅਰਥ ਹੈ ਇਸ ਮਨੁੱਖ ਦੀ ਵੀ ਜਿਹੜੀ ਸੰਗਤ ਹੈ, ਪਹੁੰਚ ਦਾ ਅਰਥ ਹੈ ਵਿਕਾਰਾਂ ਵਾਲੀ ਮਾੜੀ ਸੰਗਤ। ਅਤੇ ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਵਿੱਚ ਕਬੂਲਿਆ, ਸਮਝਾਉਣਾ ਸਾਨੂੰ ਸੀ ਕਿ ਅਸੀਂ ਕਬੂਲ ਕਰ ਲਈਏ। ਕਹਿੰਦੇ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਮਹਾਤੀ। ਉਹ ਕਹਿੰਦੇ ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਉਹ ਤਾਂ ਕਹਿ ਰਹੇ ਨੇ ਸਰੀਰ ਦੇ ਵਿੱਚੋਂ ਮੇਰੀ ਸੱਤਾ ਚਲੀ ਜਾਏ, ਸ਼ਕਤੀ ਚਲੀ ਜਾਏ, ਪਾਵਰ ਮੁੱਕ ਜਾਏ, ਸਰੀਰ ਨਿਢਾਲ ਹੋ ਜਾਏ, ਪਰ ਹੇ ਰੱਬਾ ਮੈਂ ਤੇਰਾ ਨਾਮ ਨਹੀਂ ਛੱਡਣਾ, ਤੇਰੇ ਚਰਨਾਂ ਨੂੰ ਨਹੀਂ ਤਿਆਗਣਾ। ਅਤੇ ਮਨੁੱਖ ਨੂੰ ਰੱਬ ਦਾ ਨਾਮ ਹੀ ਚੇਤੇ ਨਹੀਂ। ਉਹ ਤਾਂ ਕਹਿੰਦੇ ਮੇਰੇ ਸਰੀਰ 'ਚ ਤਾਕਤ ਨਾ ਰਹੇ,
की कहना चाहते उसते कहने का अर्थ है कि आखिरले वक्त तक हे रब मैं तेरे नाम नूं नहीं त्याग सकता, भावें शरीर निढाल क्यों ना हो जाए। तो माफ़ करना, साडा तो शरीर भी ठीक होंदा है, अरोग होंदा है। कई बार मैं देखदा गुस्ताखी, माफ़ करना, जिहड़े बीमार ने वो आके बैठन इत्थे साइडां ते, ठीक है। कई तो तकड़े भले अपने बच्चों नूं नाल बिठांदे आके इत्थे कुर्सियां ते भी, इत्थे बैठो गुरु साहब जी की हजूरी च कुर्सियां ते आके अपने बच्चों नूं नाल। माँ प्यो ये कहण नूं तैयार नहीं, बेटा तुसीं थल्ले बैठो, साडी लत्तां काम नहीं कर रही, तुसीं ते थल्ले बह सकदे हो। बच्चे नाल कुर्सियां ते चढ़ के बहिंदे थे, और कई तो लत्त ते लत्त रख के बहिंदे। गुरुद्वारे विच बैठण दी एक गल नहीं है कि असीं गुरुद्वारे बैठना किवें है गुरु साहब की हजूरी विच, जिवें इत्थे बराते आए होईए। इस करके ये चीज़ां जिहड़ियां सानूं समझनियां चाहीदियां। भगत जी कहंदे ने, कहंदे तेही संगत पोज तेरी विकारां वाली संगत है। और तेरे कोल जिहड़ा जीवन है ना, वो मनुखा जीवन बड़ा दुर्लभ प्राप्त होया है, क्योंकि इस पौड़ी ते जो नर चुकै आए जाए दुख पाइंदा, जिहड़ा इस पौड़ी तो भी प्राप्त करके अपने मंजिले मकसूद नूं हासिल नहीं कर सकिया, वो आवेगा जावेगा हर जून विच पछतावेगा। क्यों? क्योंकि वो कहता मैं तो बस चढ़ी जाना सी, बस उत्थों रह गया। एक बच्चा साल पढ़िया, पेपर दिते ने और पेपरां विच अणगहली कर गया, फेल हो गया। कहते बस थोड़ी जी कमी रह गई, थोड़ी किते होर मेहनत कर लैंदा ते पास हो जांदा, अगली क्लास मिल जानी सी। जिहड़ी थोड़ी जिहियां गलतियां ने ना, ये सानू पिछे ले जानियां। इसके भगत रविदास जी कहते ने, कहते हे मेरे मालक मेरी तो संगत बड़ी माड़ी है ते मनुखा जीवन बड़ा औखा मिलिया। फिर कहने लगे जी जंत जहाँ जहाँ लग कर्म के वस जाए। कहते जेड़े भी जीव हैं, कहते वो सारे दे सारे कीते हुए कर्मां करके जन्म लैके जम के संसार दे विच आउंदे हन, अलग अलग थां ते जांदे हन, जिथे इत्थे भी बस रहे हैं। पाओ कि जेड़ी जेड़ी जूना विच भी ने वो कर्म अनुसार ने। एक बेनती करा, पशु फिर एक दिन मनुखा जीवन लै सकता है, पर जे मनुखा जीवन नूं मनुखा जीवन मिलिया तो माफ़ करना ये पशु भी बन सके तो जरूरी नहीं, उस तो भी थले जा सकता है। जिथों की शुरुआत हुई, कई जन्म गर्भ हिर करया, कई जन्म सैल गिर करया, कई जन्म मार्ग ने पत्थर बनया रहा तू, कई जन्म साकर उपाया तू, कई जन्म पेड़ पौधों की जूना च विचरदा रहा ते 184 जोन भरमाया। सतगुरु कहते देख तो सही, तू पशुओं तो भी थले जा सकदा, पेड़ भी बन सकदा, पत्थर भी बन सकदा है। और मैं कई बार बेनती करता, मनुखा जीवन एक वो चौराया है, उस चौराहे के उत्ते सानू सुचेत होके चाहिए। जे अगे चले गए तो रब है, जे साइडां ते चले गए तो होर जुन्ना, जे पिछे चले गए तो यात्रा सारी खत्म हो गई, जिहड़ी कीती सी वो सारी खूह च चली गई। इस करके मनुखा जीवन नूं बड़े सुचेत होकर जीण दी लोड़ है। बाकी जितने भी जीव ने कर्मा करके अपनी अपनी जून हंडा रहे ने, पर मनुख आ जन्म तां ये भागां दे नाल सानूं प्राप्त होया। कहण लगे काल फास अवध लागे, आखण लगे जो ना नाश हो सके उन्होंने कहते अवध लागे। काल दी फाई जिहड़ी पई हुई है तो कस ना चले उपाओ, तो साडा कोई उपाओ तो हिला वसीला नहीं चलता। असी की हाँ कि आत्मिक मोते मरे पे हाँ। काल दी फाई जिहड़ी है वो जीवन विच पई हुई है, जिस तो असी बचना सी, पर असी काल दी फाई वाले पासे जा रहे हैं। फिर कहते ने भगत रविदास जी, रब दास दास आखन लगे हे रविदास, हे दास उदास। कहते मैं उदास हाँ। उदास हो नहीं जिहड़ा उदासी सानू है, अज घाटा पै गया, अज काम नहीं चलिया, अज ये नहीं होया, असी छोटी छोटी गल्लां तो उदास होकर बह जाते हैं। ये उदासी ये है कि मैं अपने जीवन नूं सोहना नहीं बना सकिया। कभी आप उदास होए कि अज मैं चंगा काम नहीं किया, कोई अज मैं कोई भला नहीं कर सकिया,
ਅੱਜ ਦਾ ਦਿਨ ਮੇਰੇ ਸਵਾਸ ਜਿਹੜੇ ਰੱਬ ਨੇ ਦਿੱਤੇ ਸੀ ਉਹ ਵਿਅਰਥ ਚਲੇ ਗਏ। ਨਿੰਦਾ ਚੁਗਲੀ ਮੇਰ ਤੇਰ ਇੱਧਰ ਅੱਧਰ ਦੀਆਂ ਗੱਲਾਂ 'ਚ ਚਲੇ ਗਏ। ਕਦੀ ਅਸੀਂ ਉਦਾਸ ਹੋਏ ਸ਼ਾਮ ਨੂੰ ਵੀ ਅੱਜ ਤੱਕ ਕੁਛ ਅਸੀਂ ਚੰਗਾ ਕੀਤਾ ਹੀ ਨਹੀਂ। ਭਗਤ ਜੀ ਕਹਿੰਦੇ ਮੈਂ ਉਦਾਸ ਹਾਂ। ਕਹਿੰਦੇ ਕਿਉਂ? ਕਹਿੰਦੇ ਤਜ ਭਰਮ, ਕਹਿੰਦੇ ਤਪਨ ਤਪ ਗੁਰ ਗਿਆਨ। ਆਖਣ ਲੱਗੇ ਉਦਾਸ ਦਾ ਅਰਥ ਹੈ ਕਹਿੰਦੇ ਵਿਕਾਰਾਂ ਤੋਂ ਮੈਂ ਉਪਰਾਮ ਹੋਣਾ ਚਾਹੁੰਦਾ, ਉਦਾਸ ਹੋਣਾ ਚਾਹੁੰਦਾ। ਤੇ ਇਹ ਰਵਿਦਾਸ ਆਪਣੀ ਭਟਕਣਾ ਛੱਡ ਔਰ ਉਹ ਤਪਾਂ ਦਾ ਤਪ ਕਰ ਜੋ ਗੁਰੂ ਦੇ ਗਿਆਨ ਵਿੱਚੋਂ ਹਾਸਲ ਹੁੰਦਾ ਹੈ। ਕਿਉਂਕਿ ਜਿਹੜਾ ਗੁਰੂ ਦੀ ਸੇਵਾ ਨਾ, ਮਾਰ ਕਹਿੰਦੇ ਨੇ ਗੁਰੂ ਸਾਹਿਬ ਦੀ ਸੇਵਾ ਜਿਹੜੀ ਹੈ ਨਾ ਉਹ ਤਪਾਂ ਦਾ ਵੀ ਤਪ ਹੈ। ਗੁਰੂ ਕੀ ਸੇਵਾ ਤਪਾ ਸਿਰ ਤਪਸਾਰ ਕਿਹਾ ਗੁਰਬਾਣੀ ਨੇ। ਗੁਰੂ ਕੀ ਸੇਵਾ ਗਾਖੜੀ ਹੈ। ਸਤਿਗੁਰੂ ਕਹਿੰਦੇ ਸਿਰ ਦੀਜੈ ਆਪ ਗਵਾਏ, ਸੌਖੀ ਨਹੀਂ ਹੁੰਦੀ ਇਹ ਸੇਵਾ। ਆਪਾ ਭਾਓ ਅਰਪਣ ਕਰਨਾ ਪੈਂਦਾ ਇੱਥੇ। ਭਗਤ ਜੀ ਕਹਿੰਦੇ ਨੇ ਤੂੰ ਇਹ ਭਟਕਣਾ ਛੱਡ ਦੇ। ਉਦਾਸ ਤਾਂ ਕਿਉਂਕਿ ਭਟਕਣਾ 'ਚ ਪਿਆ ਹੋਇਆ, ਅਜੇ ਵੀ ਜੀਵਨ 'ਚੋਂ ਭਟਕਣਾ ਨਹੀਂ ਖਤਮ ਹੋਈ। ਜੀਵਨ ਦਾ ਅਜੇ ਵੀ ਜਿਹੜਾ ਇੱਕ ਸਾਡਾ ਟੀਚਾ ਹੋਣਾ ਚਾਹੀਦਾ ਉਹ ਅਜੇ ਧਾਰਨ ਨਹੀਂ ਕੀਤਾ। ਅਜੇ ਇਹ ਨਹੀਂ ਸਮਝ ਮੈਂ ਸੰਸਾਰ 'ਚ ਆਇਆ ਕਿਉਂ ਹੈ। ਜੇ ਬਾਣੀ ਨੂੰ ਵੀ ਪੁੱਛ ਲੈਂਦੇ ਨਾ ਵੀ ਸੱਚੇ ਪਾਤਸ਼ਾਹ ਤੁਸੀਂ ਦੱਸ ਦਿਓ ਵੀ ਸੰਸਾਰ 'ਚ ਕਿਉਂ ਆਇਆ, ਤੇ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਸੀ, ਆਪਣੀ ਬਾਣੀ ਰਾਹੀਂ ਸਾਨੂੰ ਸਮਝਾ ਦੇਣਾ ਸੀ। ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਵਿਰਥਾ ਜਨਮ ਪ੍ਰਾਣੀ। ਜੇ ਗੁਰੂ ਨੂੰ ਪੁੱਛਦੇ, ਗੁਰੂ ਸਾਹਿਬ ਆਖਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਤੂੰ ਕਿਹੜੇ ਭੈੜੇ ਕੰਮਾਂ 'ਚ ਲੱਗਿਆ ਹੋਇਆ? ਜ਼ਿੰਦਗੀ ਰੂਪੀ ਰਾਤ ਮੁਕਦੀ ਜਾ ਰਹੀ ਹੈ। ਤੂੰ ਇਹ ਭਟਕਣਾ ਛੱਡ ਦੇ, ਗੁਰੂ ਦਾ ਗਿਆਨ ਹਾਸਲ ਕਰ। ਇਹ ਤਪਾਂ ਦਾ ਵੀ ਤਪਸਾਰ ਹੈ ਗੁਰੂ ਸਾਹਿਬ ਦਾ ਗਿਆਨ। ਸਾਨੂੰ ਹੋਰ ਕੋਈ ਤਪ ਕਰਨ ਦੀ ਲੋੜ ਨਹੀਂ। ਸਾਡਾ ਤਪ ਇਹ ਹੋਵੇ ਕਿ ਅਸੀਂ ਸਮਾਂ ਕੱਢੀਏ ਗੁਰੂ ਗਿਆਨ ਨੂੰ ਹਾਸਲ ਕਰਨ ਵਾਸਤੇ, ਗੁਰਬਾਣੀ ਨੂੰ ਪੜ੍ਹਨ ਵਾਸਤੇ, ਗੁਰਬਾਣੀ ਨੂੰ ਵਿਚਾਰਨ ਵਾਸਤੇ। ਸਭ ਤੋਂ ਵੱਡਾ ਤਪ ਹੈ ਗੁਰਸਿੱਖੋ। ਇਸ ਤੋਂ ਵੱਡਾ ਹੋਰ ਕੋਈ ਤਪ ਨਹੀਂ। ਜਿਹੜਾ ਸਿੱਖ ਗੁਰਬਾਣੀ ਵਾਸਤੇ ਟਾਈਮ ਕੱਢਦਾ ਸਮਝ ਲਓ ਉਸ ਤੋਂ ਵੱਡਾ ਹੋਰ ਕੋਈ ਤਪ ਨਹੀਂ ਹੋ ਸਕਦਾ। ਸਾਨੂੰ ਕੋਈ ਹੋਰ ਤਪ ਦੀ ਲੋੜ ਨਹੀਂ, ਪੁੱਠਾ ਲਟਕਣ ਦੀ ਲੋੜ ਨਹੀਂ, ਜਲ ਸਮਾਧੀਆਂ ਕਰਨ ਦੀ ਲੋੜ ਨਹੀਂ, ਸਾਨੂੰ ਹੋਰ ਕਿਤੇ ਚਲੀਏ ਕੱਟਣ ਦੀ ਲੋੜ ਨਹੀਂ। ਸਾਡਾ ਤਪ ਤਾਂ ਇਹ ਵੀ ਗੁਰੂ ਦੇ ਗਿਆਨ ਨੂੰ ਜੀਵਨ 'ਚ ਵਸਾਈਏ ਆਪਾਂ। ਫਿਰ ਮਹਾਰਾਜ ਕਹਿੰਦੇ ਭਗਤ ਜਨ ਭੈ ਹਰਨ। ਜਿਹੜੇ ਭਗਤ ਜਨ ਹਨ ਉਹ ਭੈ ਦਾ ਅਰਥ ਡਰ ਦੂਰ ਕਰ ਦਿੰਦੇ ਨੇ। ਪਰਮਾਨੰਦ ਕਰੋ ਨਿਧਾਨ। ਹੇ ਪਰਮ ਆਨੰਦ ਸਰੂਪ ਪ੍ਰਮਾਤਮਾ ਮੇਰੇ 'ਤੇ ਕਿਰਪਾ ਕਰੋ। ਆਖਰ ਨੂੰ ਤੂੰ ਹੀ ਮੇਰੇ 'ਤੇ ਕਿਰਪਾ ਕਰ। ਮੈਨੂੰ ਇਹਨਾਂ ਔਗਣਾਂ ਤੋਂ ਬਚਾ ਲੈ, ਮੈਨੂੰ ਇਹਨਾਂ ਬੁਰਾਈਆਂ ਤੋਂ ਬਚਾ ਲੈ। ਨਿਦਾਨ ਅਤੇ ਨਿਧਾਨ ਦੋ ਅੱਖਰ ਨੇ ਗੁਰੂ ਗ੍ਰੰਥ ਸਾਹਿਬ 'ਚ। ਜਿੱਥੇ ਵੀ ਨਿਦਾਨ ਦੱਦੇ ਨਾਲ ਆਏਗਾ ਉੱਥੇ ਅਰਥ ਹੈ ਅੰਤ ਨੂੰ, ਆਖਰ ਨੂੰ। ਜਿੱਥੇ ਧੱਦੇ ਨਾਲ ਆਏਗਾ ਉੱਥੇ ਅਰਥ ਹੈ ਖਜ਼ਾਨਾ। ਦੋ ਅੱਖਰ ਬਹੁਤੇ ਗੁਰਬਾਣੀ ਵਿੱਚ ਨਿਦਾਨ ਅਤੇ ਨਿਧਾਨ ਵਰਤੇ। ਅਤੇ ਨਿਧਾਨ ਜਿੱਥੇ ਆਏਗਾ ਉੱਥੇ ਖਜ਼ਾਨੇ ਵਾਸਤੇ ਧੱਦੇ ਨਾਲ, ਅਤੇ ਜਿੱਥੇ ਦੱਦੇ ਨਾਲ ਆਏਗਾ ਉੱਥੇ ਅੱਖਰ ਅੰਤ ਨੂੰ ਹੈ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨਕਾਨੇ। ਤੂੰ ਦੁਨੀਆ ਦੇ ਫਨਾ ਹੋਣ ਵਾਲੇ ਪਦਾਰਥ 'ਚ ਗਲਤਾਨ ਹੈ। ਅੰਤ ਨੂੰ ਤੂੰ ਸੰਸਾਰ ਛੱਡ ਕੇ ਜਾਏਗਾ, ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ? ਇਸ ਕਰਕੇ ਭਗਤ ਰਵਿਦਾਸ ਜੀ ਇੱਥੇ ਆਖਦੇ ਨੇ ਕਿ ਤੂੰ ਤਾਂ ਵਿਕਾਰਾਂ ਦੇ ਮੋਹ ਵਿੱਚ ਨਿਕਲ, ਇਹ ਭਟਕਣਾ ਛੱਡ ਦੇ ਜੀਵਨ ਵਿੱਚੋਂ, ਸਤਿਗੁਰ ਦਾ ਗਿਆਨ ਕਮਾ। ਇਹੀ ਤੇਰੇ ਵਾਸਤੇ ਵੱਡਾ ਤਪ ਹੈ। ਭਗਤਾਂ ਦੇ ਭੈ ਦੂਰ ਕਰਨ ਵਾਲਾ ਉਹ ਪਰਮਾਤਮਾ ਹੈ। ਭਗਤ ਜਨ ਉਸਦੇ ਕੋਲ ਨਾਲ ਜਦੋਂ ਜੁੜਦੇ ਨੇ ਨਾ, ਉਹਨਾਂ ਦੇ ਜੀਵਨ 'ਚ ਕੋਈ ਡਰ ਨਹੀਂ ਰਹਿੰਦਾ। ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ। ਉਹ ਡਰਦਾ ਜਿਹੜਾ ਪਾਪ ਕਰਦਾ, ਜਿਹੜਾ ਧਰਮ ਕਰਦਾ, ਉਹ ਪ੍ਰਸੰਨ ਹੁੰਦਾ ਜੇ। ਇਸ ਕਰਕੇ ਮਹਾਰਾਜ ਕਹਿੰਦੇ ਆਖਿਰ ਮੈਂ ਰਵਿਦਾਸ ਨੂੰ ਵੀ ਆਪਣੇ ਪਿਆਰ ਦਾ ਪਰਮ ਆਨੰਦ ਬਖਸ਼ੋ। ਮੈਂ ਤੇਰੀ ਸ਼ਰਨ 'ਚ ਆਇਆ ਪਰਮਾਤਮਾ, ਮੇਰੇ ਤੇਰੇ ਚਰਨਾਂ ਨਾਲ ਜੁੜਿਆ, ਤੂੰ ਮੇਰੇ 'ਤੇ ਕਿਰਪਾ ਕਰ। ਆਓ ਕਿ ਇੱਥੇ ਸ਼ਬਦ ਵਿੱਚ ਇਹ ਸਮਝਾਉਣਾ ਚਾਹੁੰਦੇ ਨੇ, ਇੱਕ ਵਿਕਾਰ ਦਾ ਨਹੀਂ ਮਾਣ। ਮਨੁੱਖ ਨੂੰ ਤਾਂ ਪੰਜੇ ਚਮੜੇ ਹੋਏ ਨੇ। ਪਾਓ ਕਿ ਇੱਕ ਵਿਕਾਰ ਵੀ ਉਹਨਾਂ ਨੂੰ ਨਾਸ਼ ਕਰ ਦਿੰਦਾ, ਪੰਛੀਆਂ ਨੂੰ, ਜੀਵਾਂ ਨੂੰ। ਅਤੇ ਤੂੰ ਪੰਜ ਦੀ ਚੁੰਗਲ 'ਚ ਆਇਆ ਹੋਇਆ, ਤੈਨੂੰ ਨਾਸ਼ ਕਰਨ ਤੋਂ ਕੌਣ ਬਚਾ ਸਕਦਾ ਹੈ? ਉਹ ਇੱਕ ਇੱਕ ਦੇ ਵਸ ਪੈ ਕੇ ਆਪਣਾ ਹੋਂਦ ਗਵਾ ਬੈਠੇ, ਆਪਣੇ ਆਪ ਨੂੰ ਨਾਸ਼ ਕਰਾ ਲਿਆ। ਇਸ ਕਰਕੇ ਤੈਨੂੰ ਪੰਜ ਅਸਾਧ ਰੋਗ ਲੱਗੇ ਹੋਏ ਨੇ।
ਆਪਣੇ ਉਦਮ ਨਾਲ ਮਨੁੱਖ ਆਪਣੀ ਸਮਝ ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ। ਇਸ ਕਰਕੇ ਪ੍ਰਭੂ ਦੀ ਸ਼ਰਨ ਵਿੱਚ ਪਿਆ ਜਦੋਂ ਅਸੀਂ ਗੁਰੂ ਸਾਹਿਬ ਦੇ ਅੱਗੇ ਆਵਾਂਗੇ ਤਾਂ ਗੁਰੂ ਸਾਹਿਬ ਸਾਨੂੰ ਵਿਕਾਰਾਂ ਤੋਂ ਬਚਾ ਲੈਣਗੇ, ਸਾਨੂੰ ਵਿਵੇਕ ਮਤ ਦੇ ਦੇਣਗੇ। ਇਹ ਦਾਤ ਅੱਜ ਗੁਰੂ ਕੋਲੋਂ ਮੰਗ ਕੇ ਜਾਓ ਕਿ ਸੱਚੇ ਪਾਤਸ਼ਾਹ ਇਤਨਾ ਕੁਝ ਅਸੀਂ ਕਰਦੇ ਹਾਂ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੋ ਸੰਗ ਨ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਕੀ ਕਹੋ ਗੁਰੂ ਨੂੰ? ਹਾਰ ਭਰਿਓ ਸੁਆਮੀ ਕੈ ਦੁਆਰੈ। ਇੱਦਾਂ ਨਹੀਂ, ਹਾਰ ਕੇ ਸਾਰੇ ਆਸਰੇ ਤਿਆਗ ਕੇ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ। ਕਹਿੰਦੇ ਸੱਚੇ ਪਾਤਸ਼ਾਹ ਸਾਰੇ ਹੀ ਬੂਹੇ ਛੱਡ ਦਿੱਤੇ। ਮੈਂ ਇਹ ਕਹਿਣ ਜੋਗਾ ਉਦੋਂ ਜਦੋਂ ਮੈਂ ਪੀਰ ਨੂੰ ਜਾ ਕੇ ਮੱਥਾ ਨਹੀਂ ਟੇਕਦਾ, ਮਾਫ਼ ਕਰਨਾ, ਜਦੋਂ ਮੈਂ ਸ਼ਨੀ ਨੂੰ ਮੱਥਾ ਨਹੀਂ ਟੇਕਦਾ, ਜਦੋਂ ਮੈਂ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਮੈਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੁਜਾਰੀ ਹੁੰਦਾ ਅਤੇ ਮੈਂ ਕਹਿੰਦਾ ਸਾਰੇ ਦਰ ਛੱਡ ਦਿੱਤੇ, ਮੈਂ ਤੇਰੇ ਕੋਲ ਆ ਗਿਆ। ਹਾਰ ਭਰਿਓ ਸੁਆਮੀ ਕੈ ਦੁਆਰੈ, ਅਤੇ ਕਹਿਣਾ ਕੀ ਹੈ? ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਮਤ ਦੇ ਦੇ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਨ ਭਗ ਸਾਦਾ। ਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਕੇ ਜਾਇਓ, ਗੁਰੂ ਸਾਹਿਬ ਟੁੱਟ ਪੈਣਗੇ। ਜਿੰਨਾ ਵਿਵੇਕ ਮਤ ਸਤਿਗੁਰ ਨੇ ਦੇ ਦਿੱਤੀ ਉਸ ਦਿਨ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਬਹੁਤ ਧੰਨਵਾਦ ਜੀ। ਆਇਆਂ ਨੂੰ ਇਤਨੇ ਬਚਨ ਪ੍ਰਵਾਨ ਕਰੋ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।